राजेवाल साहब ने जिहड़ियां टिकटां आ वो रजवाड़ियां नूं वड्डे वड्डे अफसरां नूं कांग्रेस चों कालियां चों ते आम आदमी पार्टी चों जिहड़ियां नूं कढिया गया उन्हां ही बंदियां नूं टिकटां दे दित्तियां। किसान नूं नहीं पुछया गया, छोटे नूं लेबर नूं नहीं किसी नूं पुछया गया, जिहड़े 700 750 बंदा शहीद होया उन्हां नूं नहीं पुछया गया। राजेवाल साहब ने चुरूनी साहब नूं सस्पेंड करवा दिता, कढ़ दिता। मुड़ के राजेवाल साहब ने फैसला कर लिया कि मैं राजनीति च आना है। ਰਾਜੇਵਾਲ ਨੂੰ ਲੈ ਕੇ ਗੱਲਾਂ ਬੜੀਆਂ ਉੱਠ ਰਹੀਆਂ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਨੇ। ਉਹਦੇ ਵਿੱਚ ਉਹਨੇ ਕਿਹਾ ਵੀ ਮੈਂ ਬਹੁਤ ਵੱਡਾ ਅੱਖੜ ਜੱਟ ਹਾਂ ਤੇ ਮੈਂ ਜੇ ਮੁੱਖ ਮੰਤਰੀ ਬਣ ਗਿਆ ਤੇ ਪਤਾ ਨਹੀਂ 6 ਮਹੀਨੇ ਚੱਲਦੀ ਹੈ ਕਿ ਨਹੀਂ ਚੱਲਦੀ, ਮੈਂ ਵੱਡੇ ਫੈਸਲੇ ਲਵਾਂਗਾ। ਇਹ ਪਤਾ ਨਹੀਂ ਪੰਜਾਬ ਸਰਕਾਰ ਨੂੰ ਜਾਂ ਇੰਡੀਆ ਸਰਕਾਰ ਨੂੰ ਮਨਜ਼ੂਰ ਹੋਣਗੇ ਕਿ ਨਹੀਂ। ਉਹਨਾਂ ਨੇ ਮੇਰੇ ਸਾਹਮਣੇ ਮੂੰਹੋਂ ਕਿਹਾ ਕਿ ਮੈਂ ਮੁੱਖ ਮੰਤਰੀ ਬਣਨਾ ਹੈ, पर जदों उन्होंने समझौता हो गया तो बड़े बड़े बंदे आके उन्होंने इकट्ठे हो गए तो रजवाड़ी साई शुरू हो गई, सारा कुछ चलिया उत्थे। जिवें आम आदमी पार्टी के दोष लग रहे अज उही दोष राजेवाल साहब ते लग रहे। ਸੰਯੁਕਤ ਸਮਾਜ ਮੋਰਚਾ ਦੇ ਵਿੱਚ ਧਨਾੜਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ। ਕੌਣ ਲੋਕ ਨੇ ਉਹ? ਉਹਨਾਂ ਦੇ ਕੋਈ ਸਰਵੇ ਹੁੰਦਾ, ਉਹਨਾਂ ਤੇ ਕੋਈ ਗੱਲਬਾਤ ਹੁੰਦੀ ਹੈ, ਤੁਹਾਡੇ ਅੱਗੇ ਕੋਈ ਗੱਲ ਰੱਖੀ ਜਾਂਦੀ ਹੈ? ਸਿਲੈਕਸ਼ਨ ਕਮੇਟੀ 'ਚ ਜਿਹੜੀ 12 ਪਾਰਟੀਆਂ ਵੱਲੋਂ ਮੇਰਾ ਨਾਂ ਰਿਕਮੈਂਡ ਹੋਇਆ ਸੀ ਵੀ ਇਹ ਸਿਲੈਕਸ਼ਨ ਕਮੇਟੀ ਦੇ ਮੈਂਬਰ ਹੋਣਗੇ, ਪਰੰਤੂ ਉਹਨਾਂ ਨੇ ਆਪਣੀ ਮਰਜ਼ੀ ਨਾਲ ਕਿਸੇ ਹੋਰ ਬੰਦੇ ਨੂੰ ਰੱਖ ਲਿਆ। ਰਾਜੇਵਾਲ ਸਾਹਿਬ ਨਾਲ ਅਸੀਂ ਮਿਲਦੇ ਰਹੇ ਹਾਂ, ਕੱਲ੍ਹ ਤੱਕ ਉਹਨਾਂ ਦੇ ਟੈਲੀਫੋਨ ਸਾਨੂੰ ਆਉਂਦੇ ਰਹੇ ਆ ਵੀ ਤੁਸੀਂ ਦੱਸੋ ਕੀ ਕਰਨਾ, ਤੁਹਾਨੂੰ ਕੱਲਿਆਂ ਨੂੰ ਟਿਕਟ ਦਿੰਦੇ ਆ, ਤੁਹਾਨੂੰ ਫਲਾਣੇ ਨੂੰ ਟਿਕਟ ਦਿੰਦੇ ਆ। ਉਹ ਇੱਕਾ ਦੁੱਕਾ ਨੂੰ ਕਰਦੇ। ਸਾਡੇ ਕੋਲ 10 ਪਾਰਟੀਆਂ ਸੀ, ਇੱਕਾ ਦੁੱਕਾ ਟਿਕਟਾਂ ਨੂੰ ਕਿਵੇਂ ਸਾਰ ਸਕਦੇ ਆ? ਤੇ ਉਹ ਗਰੀਬ ਆਦਮੀ ਮਜ਼ਦੂਰ ਦੀ ਗੱਲ ਸੁਣ ਕੇ ਰਾਜੀ ਨਹੀਂ, ਕਿਸਾਨ ਦੀ ਗੱਲ ਸੁਣ ਕੇ ਰਾਜੀ ਨਹੀਂ। ਸਿਰਫ ਉਹੀ ਰਜਵਾੜੇ ਰਿਸ਼ਤੇਦਾਰ ਪਾਰਟੀਆਂ ਜੋ ਕੱਢੇ ਵੱਡੇ ਲੋਕ ਜਿਹੜੇ 4 ਪੈਸੇ ਵਾਲੇ ਬੰਦੇ ਆ ਉਹਨਾਂ ਨੂੰ ਉਹ ਟਿਕਟਾਂ ਦੇ ਰਹੇ। ਜੇ ਮੈਂ CM ਬਣ ਗਿਆ ਤਾਂ ਮੈਂ ਆਹ ਕਰ ਦੂੰਗਾ, ਉਹ ਕਰ ਦੂੰਗਾ, ਪਤਾ ਨਹੀਂ ਸਰਕਾਰ ਮੇਰੀ ਚੱਲਦੀ ਕਿ ਨਹੀਂ। ਮਤਲਬ ਜਾਤ ਪਾਤ ਦਾ ਬੜਾ ਵੱਡਾ ਕਮਾਂਡ ਹੈ ਰਾਜੇਵਾਲ ਸਾਹਿਬ। ਪਹਿਲਾਂ ਹੀ ਜਿਹੜੇ ਲੀਡਰ ਸੀ ਇਹ ਆਵਾਜ਼ ਚੱਕਦੇ ਰਹੇ ਨੇ ਕਿ ਕੋਈ ਨਾ ਕੋਈ ਲੀਡਰ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਤਾਲੁਕ ਰੱਖਦੇ ਨੇ, ਤੇ ਉਹੀ ਹੁਣ ਦੇਖਣ ਨੂੰ ਮਿਲਦਾ ਪਿਆ। ਧੜੇ ਬਣਦੇ ਹੋਏ, ਧੜੇ ਹੀ ਕਹਿ ਸਕਦੇ ਇਹਨਾਂ ਨੂੰ ਕਿ ਧੜੇ ਬਣਦੇ ਕਿਸਾਨਾਂ ਦੇ ਵਿੱਚ ਨਜ਼ਰ ਆ ਰਹੇ ਨੇ। ਪਾਰਟੀਆਂ ਜ਼ਰੂਰ ਕਲੀਅਰ ਹੋਣੀਆਂ ਚਾਹੀਦੀਆਂ। ਉਹ ਪਾਰਟੀਆਂ ਹੀ ਹਿੱਸਾ ਲੈਣ ਜਿਹੜੀਆਂ ਪਾਰਟੀਆਂ ਨੇ ਕਿਸਾਨੀ ਜਿਹੜੇ ਕਾਨੂੰਨ ਬਣੇ ਆ ਉਹਨਾਂ ਦੀ ਹਮਾਇਤ ਨਾ ਕੀਤੀ ਹੋਵੇ। ਉੱਥੇ ਤਾਂ ਉਹ ਪਾਰਟੀਆਂ ਦੇ ਲੀਡਰ ਬੈਠੇ ਜੀ ਜਿਨ੍ਹਾਂ ਨੇ ਕਿਸਾਨੀ ਬਿੱਲ ਪਾਸ ਵਾਲੇ ਕਾਨੂੰਨ ਪਾਸ ਕਰਵਾਏ ਆ। ਚੋਣਾਂ ਨੇੜੇ ਆ ਗਈਆਂ ਨੇ ਤੇ ਉਸੇ ਤਰੀਕੇ ਦੇ ਨਾਲ ਰਾਜਨੀਤਿਕ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਨੇ। ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੋਈ ਰਾਜਨੀਤਿਕ ਪਾਰਟੀ ਦੇ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਜਾਵੇਗੀ, ਕਿਸੇ ਰਾਜਨੀਤਿਕ ਪਾਰਟੀ ਦੀ ਸਪੋਰਟ ਨਹੀਂ ਕੀਤੀ ਜਾਵੇਗੀ। ਪਰ ਹੁਣ ਇੱਕ ਤੋਂ ਬਾਅਦ ਇੱਕ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਰਾਜਨੀਤੀ ਦੇ ਵਿੱਚ ਪੈਰ ਧਰਦੇ ਹੋਏ ਨਜ਼ਰ ਆ ਰਹੇ ਨੇ। ਤੇ ਅੱਜ ਇੱਕ ਨਵਾਂ ਪਾਰਟੀ ਦਾ ਆਗਾਜ਼ ਹੋਇਆ। ਹਾਲਾਂਕਿ ਕਿਸਾਨ ਅੰਦੋਲਨ ਦੇ ਵਿੱਚੋਂ ਹੀ ਇਹ ਪਾਰਟੀ ਨਿਕਲੀ ਹੈ ਤੇ ਉਹਨਾਂ ਦਾ ਪਹਿਲਾਂ ਤਾਂ ਕੀ ਤਰਕ ਹੈਗਾ। ਸਰ, ਕਿਸਾਨ ਅੰਦੋਲਨ ਚੋਂ ਕਈ ਪਾਰਟੀਆਂ ਨਿਕਲ ਗਈਆਂ। ਬਲਬੀਰ ਸਿੰਘ ਰਾਜੇਵਾਲ ਦੀ ਗੱਲ ਕਰੀਏ, ਗੁਰਨਾਮ ਸਿੰਘ ਚੜੂਨੀ ਦੀ ਗੱਲ ਕਰੀਏ, ਹੁਣ ਤੁਸੀਂ ਵੀ, ਤੇ ਉਸ ਤੋਂ ਬਾਅਦ ਜੁਝਾਰ ਇੱਕ ਫਰੰਟ ਹੈਗਾ ਉਹ ਵੀ ਨਿਕਲਿਆ। ਕਿਸ ਤਰ੍ਹਾਂ ਸਾਰਾ ਮੈਨੇਜ ਹੋਊਗਾ? ਕਿਉਂਕਿ ਚੋਣਾਂ ਦਾ ਸਿਰ ਤੇ ਨੇ, ਕਿਸ ਤਰ੍ਹਾਂ ਸਾਰੇ ਲੋਕਾਂ ਨਾਲ ਤੁਸੀਂ ਮੁਖਾਤਿਬ ਹੋਵੋਗੇ ਤੇ ਕਿਵੇਂ ਤੁਹਾਡੀ ਜਿਹੜੀ ਗੱਲ ਹੈ ਲੋਕਾਂ ਤੱਕ ਪਹੁੰਚਾ ਪਾਵੋਗੇ? ਅਸਲ ਵਿੱਚ ਮੈਂ ਕੁਲਦੀਪ ਸਿੰਘ ਈਸਾਪੁਰੀ, ਪ੍ਰਧਾਨ ਬਹੁਜਨ ਮੁਕਤੀ ਪਾਰਟੀ ਪੰਜਾਬ ਹੈ ਤੇ ਅਸੀਂ 12 ਸਾਲ ਸਾਡੀ ਪੁਰਾਣੀ ਪਾਰਟੀ ਹੈ। ਅਸੀਂ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਪੂਰਾ ਉੱਥੇ ਸਾਥ ਦਿੱਤਾ। ਦਿੱਲੀ ਤੇ ਮੱਧ ਪ੍ਰਦੇਸ਼, ਬਿਹਾਰ, ਇਹ ਉਹ ਅਸੀਂ ਸਾਰੇ ਪੰਜਾਬ ਨਹੀਂ ਇੰਡੀਆ ਦੇ ਕਿਸਾਨ ਇਕੱਠੇ ਕੀਤੇ ਆ। ਸਾਡਾ ਰਾਸ਼ਟਰੀ ਕਿਸਾਨ ਮੋਰਚਾ ਆ, ਪਹਿਲਾਂ ਹੀ ਬਣਿਆ, ਇਹ ਨਵਾਂ ਨਹੀਂ ਹੈ। ਰਾਜਨੀਤਿਕ ਪਾਰਟੀ ਦੀ ਰਾਜਨੀਤੀ ਦੇ ਵਿੱਚ ਹੁਣ ਤੁਸੀਂ ਦਖਲ ਦੇ ਰਹੇ ਹੋ ਕਿਉਂਕਿ ਪਾਰਟੀ ਤੁਸੀਂ ਹੁਣ ਬਣਾਈ ਹੈ ਸਾਰਿਆਂ ਨੇ ਮਿਲ ਕੇ। ਨਹੀਂ, ਰਾਜਨੀਤਿਕ ਪਾਰਟੀ 12 ਸਾਲ ਪੁਰਾਣੀ ਹੈ ਸਾਡੀ। ਹੁਣ ਅਸੀਂ 10 ਰਾਜਨੀਤਿਕ ਪਾਰਟੀਆਂ ਹੋਰ ਇਕੱਠੀਆਂ ਕਰਕੇ ਕਿਸਾਨ ਜਥੇਬੰਦੀਆਂ 'ਚੋਂ ਵਾਪਸ ਆਏ ਆ। ਇਸ ਕਰਕੇ ਆਏ ਆ, ਸਾਂਝਾ ਪੰਜਾਬ ਮੋਰਚਾ ਅਸੀਂ ਬਣਾਇਆ। ਕਾਰਨ ਸਿਰਫ ਇਹੀ ਹੈ ਕਿ ਰਾਜੇਵਾਲ ਸਾਹਿਬ ਨੇ ਜਿਹੜੀਆਂ ਟਿਕਟਾਂ ਆ ਉਹ ਰਜਵਾੜਿਆਂ ਨੂੰ, ਵੱਡੇ ਵੱਡੇ ਅਫਸਰਾਂ ਨੂੰ, ਕਾਂਗਰਸ ਚੋਂ ਕਾਲੀਆਂ ਚੋਂ ਤੇ ਆਮ ਆਦਮੀ ਪਾਰਟੀ ਚੋਂ ਜਿਹੜਿਆਂ ਨੂੰ ਕੱਢਿਆ ਗਿਆ ਉਹਨਾਂ ਹੀ ਬੰਦਿਆਂ ਨੂੰ ਟਿਕਟਾਂ ਦੇ ਦਿੱਤੀਆਂ। ਕਿਸਾਨ ਨੂੰ ਨਹੀਂ ਪੁੱਛਿਆ ਗਿਆ, ਛੋਟੇ ਨੂੰ ਲੇਬਰ ਨੂੰ ਨਹੀਂ ਕਿਸੇ ਨੂੰ ਪੁੱਛਿਆ ਗਿਆ, ਜਿਹੜੇ 700 750 ਬੰਦਾ ਸ਼ਹੀਦ ਹੋਇਆ ਉਹਨਾਂ ਨੂੰ ਨਹੀਂ ਪੁੱਛਿਆ ਗਿਆ। ਇੱਥੋਂ ਤੱਕ ਕਿ ਜਿਹੜੇ ਉਹਨਾਂ ਦੇ ਜ਼ਿਲ੍ਹਾ ਦੇ ਪ੍ਰਧਾਨ ਹੈ, ਪਿੰਡਾਂ ਦੇ ਪ੍ਰਧਾਨ ਹੈ, ਉਹ ਲਿਖ ਕੇ ਕੈਂਡੀਡੇਟਾਂ ਦੀਆਂ ਸਿਫਾਰਿਸ਼ਾਂ ਕਰ ਰਹੇ ਆ, ਉਹਨਾਂ ਨੂੰ ਨਹੀਂ ਪੁੱਛਿਆ ਗਿਆ। ਇਸ ਕਰਕੇ ਅਸੀਂ ਸਾਂਝਾ ਪੰਜਾਬ ਮੋਰਚਾ ਬਣਾਇਆ। ਇਹ ਮੋਰਚਾ ਕਿਸਾਨਾਂ ਦਾ, ਮਜ਼ਦੂਰਾਂ ਦਾ ਤੇ ਆਮ ਬੰਦਿਆਂ ਦਾ।
ਰਜਵਾੜੇ ਸ਼ਾਹੀ ਬੰਦਿਆਂ ਦਾ ਇਹ ਮੋਰਚਾ ਨਹੀਂ ਹੈ। ਬਲਬੀਰ ਸਿੰਘ ਰਾਜੇਵਾਲ ਦੀ ਤੁਸੀਂ ਗੱਲ ਕਰਦੇ ਪਏ ਹੋ, ਪਹਿਲਾਂ ਕੋਈ ਗੱਲਬਾਤ ਹੋਈ ਸੀ ਉਹਨਾਂ ਦੇ ਨਾਲ, ਬਲਬੀਰ ਸਿੰਘ ਰਾਜੇਵਾਲ ਨਾਲ, ਕਿ ਤੁਹਾਨੂੰ ਵੱਖਰਾ ਪਾਰਟੀ ਬਣਾਉਣੀ ਪੈਗੀ? ਕੀ ਗੱਲ ਹੋਈ ਸੀ ਪਹਿਲਾਂ ਉਹਨੂੰ ਦੱਸ ਦਿਓ। ਅਸਲ 'ਚ ਇਹ ਹੈ, ਚੜੂਨੀ ਸਾਹਿਬ ਨੂੰ ਸਾਡੇ ਕਰਮਵੀਰ ਜੀ ਲਾਲੀ ਹੈ MKD ਫਰੰਟ ਦੇ, ਜਿਹੜੇ ਸਾਡੇ ਸਾਂਝੇ ਮੋਰਚੇ ਦੇ ਵਿੱਚ ਸ਼ਾਮਲ ਹੈ, ਉਹ ਨਰੇਗਾ ਫਰੰਟ ਹੈ, ਰੇਸ਼ਮ ਜੀ ਕਾਲੋਂ, ਇਹਨਾਂ ਨੇ ਚੜੂਨੀ ਸਾਹਿਬ ਨੂੰ ਪੰਜਾਬ 'ਚ ਲਿਆਂਦਾ। ਇਹ ਕਿਹਾ ਕਿ ਆਪਾਂ ਨਵਾਂ ਬਦਲ ਦਈਏ। ਰਾਜੇਵਾਲ ਸਾਹਿਬ ਨੇ ਚੜੂਨੀ ਸਾਹਿਬ ਨੂੰ ਸਸਪੈਂਡ ਕਰਵਾ ਦਿੱਤਾ, ਕੱਢ ਦਿੱਤਾ। ਮੁੜ ਕੇ ਰਾਜੇਵਾਲ ਸਾਹਿਬ ਨੇ ਫੈਸਲਾ ਕਰ ਲਿਆ ਕਿ ਮੈਂ ਰਾਜਨੀਤੀ 'ਚ ਆਉਣਾ ਹੈ। ਮੈਂ ਚੜੂਨੀ ਸਾਹਿਬ ਨੂੰ ਆਪਣੀ ਟੀਮ ਲੈ ਕੇ ਮਿਲਿਆ, ਔਰ ਚੜੂਨੀ ਸਾਹਿਬ ਦੀ ਗ੍ਰੇਟਨੈਸ ਸੀ ਕਿ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਤੁਸੀਂ ਪੰਚਾਇਤ ਹੋ, ਔਰ ਪੰਚਾਇਤ ਰੱਬ ਹੁੰਦੀ ਹੈ, ਜੋ ਤੁਸੀਂ ਹੁਕਮ ਕਰ ਦਿਓਗੇ ਮੈਂ ਉਹ 'ਚ ਸ਼ਾਮਲ ਹੈ, ਤੇ ਮੈਂ ਤੁਹਾਡਾ ਕਹਿਣਾ ਮੰਨੂਗਾ। ਜੇ ਕਿਸੇ ਦੇ ਪੈਰਾਂ 'ਚ ਗਿਰਨਾ ਪਿਆ ਤਾਂ ਮੈਂ ਪੈਰਾਂ 'ਚ ਵੀ ਗਿਰੂੰਗਾ। ਉਸ ਤੋਂ ਬਾਅਦ ਅਸੀਂ ਰਾਜੇਵਾਲ ਸਾਹਿਬ ਨੂੰ ਮਿਲੇ। ਰਾਜੇਵਾਲ ਸਾਹਿਬ ਕਹਿੰਦੇ ਮੇਰੀ ਆਮ ਆਦਮੀ ਪਾਰਟੀ ਨਾਲ ਗੱਲ ਚੱਲਦੀ ਹੈ। ਫਿਰ ਅਸੀਂ ਪ੍ਰੈਸ਼ਰ ਬਣਾਇਆ 2 ਜਨਵਰੀ ਨੂੰ, ਉੱਥੇ ਜਨਵਰੀ ਨੂੰ ਅਸੀਂ ਵੱਡਾ ਇਕੱਠ ਕੀਤਾ, ਰਾਜੇਵਾਲ ਨੂੰ ਦਿੱਲੀੋਂ ਮੋੜਿਆ। ਰਾਜੇਵਾਲ ਸਾਹਿਬ ਅੱਜ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਪੈਸੇ ਲੈ ਕੇ ਟਿਕਟਾਂ ਦੇ ਰਹੀ ਸੀ, ਇਸ ਕਰਕੇ ਨਹੀਂ ਮੈਂ ਆਇਆ। ਕੋਈ ਕਿਸੇ ਦੇ ਘਰ ਨਹੀਂ ਦੱਸਣ ਜਾਂਦਾ ਕਿ ਤੂੰ ਪੈਸੇ ਦੇ ਕੇ ਟਿਕਟਾਂ ਉਹ ਕਰ ਰਹੇ ਆ। ਤਾਂ ਅਸਲ ਤਾਂ ਇਹ ਚੀਫ ਮਿਨਿਸਟਰੀ ਲੈਣ ਗਏ ਸੀ ਆਮ ਆਦਮੀ ਪਾਰਟੀ ਤੋਂ, ਚੀਫ ਮਿਨਿਸਟਰੀ ਇਹਨਾਂ ਨੂੰ ਮਿਲੀ ਨਹੀਂ ਹੈ। ਪਰ ਇਹ ਤਾਂ ਵੱਡੇ ਫਰੰਟ ਤੇ ਕਹਿੰਦੇ ਰਹੇ ਨੇ ਵੀ ਮੈਂ ਮੁੱਖ ਮੰਤਰੀ ਦਾ ਨਾ ਤਾਂ ਦਾਅਵੇਦਾਰ ਸੀ ਨਾ ਹੈਗਾ। ਇਹਨਾਂ ਤੋਂ ਸਵਾਲ ਵੀ ਪੁੱਛੇ ਜਾਂਦੇ ਰਹੇ ਸੀ, ਤੇ ਕਿਉਂਕਿ ਰਾਜੇਵਾਲ ਨੂੰ ਲੈ ਕੇ ਗੱਲਾਂ ਬੜੀਆਂ ਉੱਠ ਰਹੀਆਂ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਨੇ। ਜਦੋਂ ਮੈਂ ਰਾਜੇਵਾਲ ਸਾਹਿਬ ਨੂੰ ਟੀਮ ਦੇ ਨਾਲ ਮਿਲਿਆ, ਪਹਿਲੇ ਦਿਨ ਉਹਨਾਂ ਨੇ ਕਿਹਾ ਸੀ ਕਿ ਮੈਂ ਉੱਥੇ ਆਮ ਆਦਮੀ ਪਾਰਟੀ ਕੋਲ ਜਾ ਰਿਹਾ। ਉਹਦੇ ਵਿੱਚ ਉਹਨੇ ਕਿਹਾ ਵੀ ਮੈਂ ਬਹੁਤ ਵੱਡਾ ਅੱਖੜ ਜੱਟ ਹਾਂ, ਤੇ ਮੈਂ ਜੇ ਮੁੱਖ ਮੰਤਰੀ ਬਣ ਗਿਆ ਤੇ ਪਤਾ ਨਹੀਂ 6 ਮਹੀਨੇ ਚੱਲਦੀ ਹੈ ਕਿ ਨਹੀਂ ਚੱਲਦੀ, ਮੈਂ ਵੱਡੇ ਫੈਸਲੇ ਲਵਾਂਗਾ। ਇਹ ਪਤਾ ਨਹੀਂ ਪੰਜਾਬ ਸਰਕਾਰ ਨੂੰ ਜਾਂ ਇੰਡੀਆ ਸਰਕਾਰ ਨੂੰ ਮਨਜ਼ੂਰ ਹੋਣਗੇ ਕਿ ਨਹੀਂ। ਉਹਨਾਂ ਨੇ ਮੇਰੇ ਸਾਹਮਣੇ ਮੂੰਹੋਂ ਕਿਹਾ ਕਿ ਮੈਂ ਮੁੱਖ ਮੰਤਰੀ ਬਣਨਾ ਹੈ। ਮੈਂ ਉਸ ਗੱਲ ਦਾ ਗਵਾਹ ਹਾਂ, ਸਾਰੀ ਟੀਮ ਗਵਾਹ ਹੈ ਸਾਡੀ। ਪਰ ਰਾਜੇਵਾਲ ਸਾਹਿਬ ਝੂਠ ਬੋਲਦੇ ਰਹੇ ਨੇ। ਇਹ ਮੈਂ ਕਹਿ ਨਹੀਂ ਸਕਦਾ, ਪਰ ਮੇਰੇ ਸਾਹਮਣੇ ਉਹਨੇ ਕਿਹਾ ਮੈਂ ਮੁੱਖ ਮੰਤਰੀ ਬਣਨਾ। ਰੱਖੜ ਜੱਟ ਹੈ, ਅੱਖੜ ਜੱਟ ਬਣ ਕੇ ਜਾਤ ਪਾਤ ਦੀ ਵੀ ਗੱਲ ਕੀਤੀ ਆ। ਉਹ ਸਾਡੀ ਸਾਰੀ ਟੀਮ ਨੇ ਇਸ ਗੱਲ ਨੂੰ ਬਹੁਤ ਮਾਈਂਡ ਕੀਤੀ ਗੱਲ ਕਿ ਇਹ ਇਕੱਲਾ ਜੱਟਵਾਦ ਤਾਂ ਨਹੀਂ ਚੱਲਣਾ ਨਾ। ਪਰ ਇਹ ਤੁਹਾਨੂੰ ਲੈ ਕੇ ਵੀ ਇਹ ਗੱਲ ਸੀ ਕਿ ਤੁਹਾਨੂੰ ਟਿਕਟਾਂ ਦੀ ਵੰਡ, ਤੁਹਾਨੂੰ 30 ਟਿਕਟਾਂ ਦਿੱਤੀਆਂ ਗਈਆਂ ਸੀ, ਤੇ ਬਾਕੀ ਸੰਯੁਕਤ ਸਮਾਜ ਮੋਰਚਾ ਦੇ ਜਿਹੜੇ ਉਮੀਦਵਾਰ ਨੇ ਉਹ ਖੜੇ ਕੀਤੇ ਜਾਣਗੇ। ਉਹ ਥੋੜਾ ਜਿਹਾ ਉਹਦੇ ਬਾਰੇ ਕਨਫਿਊਜ਼ਨ ਹੁੰਦੀ ਪਈ, ਉਹ ਲੋਕਾਂ ਨੂੰ ਥੋੜਾ ਜਿਹਾ ਕਲੀਅਰ ਕਰ ਦਿਓ। ਅਸਲ 'ਚ ਸਾਨੂੰ ਜਦੋਂ ਅਸੀਂ ਮੋਰਚੇ ਦੇ ਵਿੱਚ ਸੀ, ਇਹਨਾਂ ਦੋਵਾਂ ਦਾ ਸਮਝੌਤਾ ਕਰਾਇਆ, ਔਰ ਇਹ ਬੜੇ ਹਾਈ ਫਾਈ ਹੋਏ, ਖੁਸ਼ ਬੜੇ ਹੋਏ ਕਿ ਅਸੀਂ ਉਹਨਾਂ ਦੇ ਵਿੱਚ ਵੜ ਕੇ ਉਹਨਾਂ ਦਾ ਸਮਝੌਤਾ ਕਰਾਇਆ। ਉਸ ਦਿਨ ਉਹਨਾਂ ਨੂੰ ਬੜੀ ਵੱਡੀ ਹੋਪ ਹੋਈ, ਔਰ ਸਾਨੂੰ ਬੜੀ ਉਹਨਾਂ ਨੇ ਹੋਪ ਦਿੱਤੀ ਕਿ ਤੁਸੀਂ ਜਿੰਨੀਆਂ ਲਿਸਟਾਂ ਬਣਾਈ ਬੈਠੇ ਹੋ, ਅਸੀਂ ਇਸ ਤੋਂ ਵੱਧ ਟਿਕਟਾਂ ਤੁਹਾਨੂੰ ਦੇਵਾਂਗੇ। ਤੁਹਾਡਾ ਕੋਈ ਮਸਲਾ ਹੀ ਨਹੀਂ, ਟਿਕਟਾਂ ਦਾ ਕੋਈ ਪ੍ਰੋਬਲਮ ਨਹੀਂ। ਉਸ ਦਿਨ ਉਹ ਬੜੇ ਲੋ ਪ੍ਰੋਫਾਈਲ ਤੇ ਸੀ, ਪਰ ਜਦੋਂ ਉਹਨਾਂ ਦਾ ਸਮਝੌਤਾ ਹੋ ਗਿਆ ਤਾਂ ਬੜੇ ਬੜੇ ਬੰਦੇ ਆ ਕੇ ਉਹਨਾਂ ਨੇ ਇਕੱਠੇ ਹੋ ਗਏ ਤੇ ਰਜਵਾੜੇ ਸ਼ਾਹੀ ਸ਼ੁਰੂ ਹੋ ਗਈ। ਸਾਰਾ ਕੁਝ ਚੱਲਿਆ ਉੱਥੇ। ਜਿਵੇਂ ਆਮ ਆਦਮੀ ਪਾਰਟੀ ਦੇ ਦੋਸ਼ ਲੱਗ ਰਹੇ, ਅੱਜ ਉਹੀ ਦੋਸ਼ ਰਾਜੇਵਾਲ ਸਾਹਿਬ ਤੇ ਲੱਗ ਰਹੇ। ਅੱਜ ਗੁਰਦਾਮ ਸਿੰਘ ਚੜੂਨੀ ਹੋਣਾ ਤੇ ਬਲਬੀਰ ਸਿੰਘ ਰਾਜੇ ਹੋਣਾ ਮਿਲ ਕੇ ਚੋਣ ਲੜਦੇ ਪਏ ਨੇ। ਉਹਨਾਂ ਦੇ ਵਿੱਚ ਆਪਸੀ ਸਹਿਮਤੀ ਤਾਂ ਹੋ ਗਈ ਹੈ, ਤੁਹਾਨੂੰ ਦਰਕਿਨਾਰ ਕਰਤਾ, ਤੁਹਾਨੂੰ ਸਾਈਡਲਾਈਨ ਕਰਤਾ। ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ ਹੈ। ਉਹਨਾਂ ਨੂੰ ਚੜੂਨੀ ਸਾਹਿਬ ਨੇ ਤਾਂ 10 ਸੀਟਾਂ ਨਾਲ ਸੈਟੀਸਫਾਈ ਹੋ ਗਏ। ਸਾਡੀਆਂ ਜਿਹੜੀਆਂ ਪਾਰਟੀਆਂ ਹੈਗੀਆਂ, ਇਹ 12 ਪਾਰਟੀਆਂ ਜੀ ਸਾਡੀਆਂ, 12 ਪਾਰਟੀਆਂ 10 ਸੀਟਾਂ ਨਾਲ ਨਹੀਂ ਹੋ ਸਕਦੇ। ਮਤਲਬ ਇਹ ਹੋਇਆ ਸੀਗਾ ਪ੍ਰਧਾਨ ਲੈ ਲਵੇ। ਜੇ ਪ੍ਰਧਾਨ ਇਕੱਲਾ ਟਿਕਟ ਲੈਂਦਾ ਜਾਂ ਮੈਂ ਟਿਕਟ ਲੈ ਲਾਂ, ਮੇਰੀ ਜਿਹੜੀ ਪਾਰਟੀ ਦਾ ਇਹੀ ਕਹੇਗੀ ਨਾ ਵੀ ਪਾਰਟੀ ਵੇਚ ਕੇ ਆ ਗਿਆ। ਕੱਲੀ 1 ਟਿਕਟ ਤੇ ਜਾਂ 2 ਟਿਕਟ ਤੇ ਜਾਂ 4 ਤੇ, ਈਵਨ 6 ਟਿਕਟਾਂ ਵੀ ਦਿੰਦੇ ਸੀ, ਸਾਨੂੰ 6 ਵੀ ਗਵਾਰਾ ਨਹੀਂ ਸੀ। ਤੇ ਹੁਣ ਜਿਹੜੇ ਤੁਸੀਂ ਕਹਿੰਦੇ ਪਏ ਹੋ ਧਨਾੜ ਸੰਯੁਕਤ ਸਮਾਜ ਮੋਰਚਾ ਦੇ ਵਿੱਚ ਧਨਾੜਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ, ਕੌਣ ਲੋਕ ਨੇ ਉਹ? ਉਹਨਾਂ ਤੇ ਕੋਈ ਸਰਵੇ ਹੁੰਦਾ, ਉਹਨਾਂ ਤੇ ਕੋਈ ਗੱਲਬਾਤ ਹੁੰਦੀ ਹੈ, ਤੁਹਾਡੇ ਅੱਗੇ ਕੋਈ ਗੱਲ ਰੱਖੀ ਜਾਂਦੀ ਹੈ? ਕਿਉਂਕਿ ਕਿਸਾਨਾਂ ਦੇ ਨਾਲ ਰਿਲੇਟਡ ਹੀ ਹੋ ਤੁਸੀਂ। ਜਿਹੜਾ ਉੱਥੇ ਸਿਲੈਕਸ਼ਨ ਕਮੇਟੀ ਬਣੀ ਹੈ, ਸਿਲੈਕਸ਼ਨ ਕਮੇਟੀ 'ਚ ਜਿਹੜੀ 12 ਪਾਰਟੀਆਂ ਵੱਲੋਂ ਮੇਰਾ ਨਾਂ ਰਿਕਮੈਂਡ ਹੋਇਆ ਸੀ ਵੀ ਇਹ ਸਿਲੈਕਸ਼ਨ ਕਮੇਟੀ ਦੇ ਮੈਂਬਰ ਹੋਣਗੇ, ਪਰੰਤੂ ਉਹਨਾਂ ਨੇ ਆਪਣੀ ਮਰਜ਼ੀ ਨਾਲ ਕਿਸੇ ਹੋਰ ਬੰਦੇ ਨੂੰ ਰੱਖ ਲਿਆ। ਕਿੰਦੀ ਚੱਲਦੀ ਕਿੰਦੀ ਹੈ ਉੱਥੇ ਪਤਾ ਨਹੀਂ ਲੱਗ ਰਿਹਾ ਕਿਹਦੀ ਚੱਲਦੀ ਹੈ। ਰਾਜੇਵਾਲ ਦੀ ਉਹ ਚੱਲਦੀ ਹੈ, ਹੋਰ ਤਾਂ ਕੋਈ ਨਹੀਂ। ਰਾਜੇਵਾਲ ਨੂੰ ਜਦੋਂ ਮਿਲੋ ਉਹ ਕਹਿੰਦਾ ਮੇਰੇ ਬੰਦੇ ਬਹੁਤ ਨਲਾਇਕ ਹੈ, ਇਹ ਪਤਾ ਨਹੀਂ ਕੀ ਕਰੀ ਜਾਂਦੇ ਆ, ਸਾਡੇ ਸਾਹਮਣੇ ਨਾਟਕ ਕਰ ਦਿੰਦੇ, ਉਹਨਾਂ ਨੂੰ ਘੂਰ ਦਿੰਦੇ ਆ, ਮੁੜ ਕੇ ਗੱਲ ਉਹੀ ਆ ਜਾਂਦੀ ਹੈ, ਫਿਰ ਲਿਸਟਾਂ ਉਹੀ ਨਿਕਲਦੀਆਂ ਜਿਹੜੀਆਂ। ਹੁਣ ਮੈਂ ਇਸਾਪੁਰ ਜੀ ਤੁਹਾਡੇ ਨਾਲ ਇਹ ਗੱਲ ਕਰਨਾ ਚਾਹੁੰਦਾ ਕਿ ਇਲੈਕਸ਼ਨ ਸਿਰ ਤੇ ਨੇ, ਫਿਰ ਗੱਲ ਉਹੀ ਹੈ ਕਿਵੇਂ ਲੋਕਾਂ ਤੱਕ ਤੁਸੀਂ ਪਹੁੰਚ ਕਰ ਪਾਓਗੇ, ਕਿਉਂਕਿ ਕਿਵੇਂ ਲੋਕਾਂ ਨੂੰ ਤੁਸੀਂ ਆਪਣਾ ਮੈਸੇਜ ਕਨਵੇ ਕਰ ਪਾਓਗੇ। ਇੱਕ ਪਾਸੇ ਸੰਯੁਕਤ ਸਮਾਜ ਮੋਰਚਾ, ਇੱਕ ਪਾਸੇ ਜਿਹੜਾ ਗੁਰਨਾਮ ਸਿੰਘ ਚੜੂਨੀ ਹੁਣਾਂ ਦੀ ਪਾਰਟੀ ਹੈ, ਹਾਲਾਂਕਿ ਹੈ ਤਾਂ ਉਹ ਗਠਬੰਧਨ ਹੈ, ਪਰ ਮੈਸੇਜ ਤਾਂ ਟਿਕਟਾਂ ਤਾਂ ਉਸੇ ਹਿਸਾਬ ਨਾਲ ਵੰਡੀਆਂ ਗਈਆਂ ਨੇ ਨਾ, ਤੇ ਟਿਕਟਾਂ ਜਿਹੜੀਆਂ ਫੇਸ ਨੂੰ ਵੀ ਪੈਣਗੀਆਂ। ਤੁਸੀਂ ਆਪਣਾ ਮੈਸੇਜ ਕਿਵੇਂ ਡਿਲੀਵਰ ਕਰੋਗੇ?
ਮੈਂ ਪਹਿਲਾਂ ਦੱਸ ਚੁੱਕਿਆ ਕਿ ਅਸੀਂ 2 ਵਾਰੀ ਪੂਰੇ ਭਾਰਤ ਦੇ ਵਿੱਚ ਹੁਣ ਈਸਾਪੁਰ ਜੀ ਹੁਣ ਦੀ ਹਾਂ ਹੁਣ ਦੀ ਇਨਕਲੂਡਿੰਗ ਪੰਜਾਬ ਅਸੀਂ ਪਹਿਲਾਂ ਗ੍ਰਾਸ ਰੂਟ ਨਾਲ ਜੁੜੇ ਆ। ਜਿਹੜੀ ਅੱਜ ਦੀ ਜਿਹੜੀ ਤੁਸੀਂ ਕਹਿ ਰਹੇ ਵੀ ਕਿਵੇਂ ਪਹੁੰਚੋਗੇ, ਤੁਸੀਂ ਬੜੇ ਅੱਛੇ ਪ੍ਰੈਸ ਵਾਲੇ ਰਿਪੋਰਟਰ ਹੋ, ਤੁਹਾਡਾ ਤਾਂ ਤੁਸੀਂ ਤਾਂ ਟੈਲੀਵਿਜ਼ਨ ਤੇ ਵੀ ਚਲਾਤਾ, ਲੋਕਾਂ ਕੋਲ ਤਾਂ ਪਹੁੰਚ ਗਈ, ਮੈਨੂੰ ਟੈਲੀਫੋਨ ਆਉਣੇ ਸ਼ੁਰੂ ਹੋ ਗਏ ਆ ਕਿ ਆ ਤੁਸੀਂ ਬਹੁਤ ਚੰਗਾ ਕੰਮ ਕੀਤਾ। ਇਹ ਕੋਈ ਪ੍ਰੋਬਲਮ ਨਹੀਂ ਹੈ। ਅੱਜ ਕੱਲ੍ਹ ਇਲੈਕਟ੍ਰੋਨਿਕ ਮੀਡੀਆ, ਤੁਹਾਡੇ ਵਰਗੇ ਸਾਥੀ ਸਾਡੇ ਨਾਲ ਹੈ, ਇਹ ਗੱਲ ਤਾਂ ਰਾਤ ਤੱਕ ਪਹੁੰਚ ਜਾਣੀ ਸਾਰਿਆਂ ਕੋਲ। ਸੰਯੁਕਤ ਪੰਜਾਬ ਮੋਰਚਾ 'ਚ ਅਜਿਹਾ ਕੀ ਹੈ ਕਿ ਲੋਕ ਉਹਨਾਂ ਨੂੰ ਚੁਣਨ? ਸਭ ਤੋਂ ਪਹਿਲਾਂ ਇਹਦਾ ਕਲੀਅਰ ਕਰ ਦਿਓ। ਜਿਹੜਾ ਸੰਯੁਕਤ ਸਮਾਜ ਮੋਰਚਾ ਬਣਿਆ ਹੈ ਉਹਨੂੰ ਪੰਜਾਬ ਮੋਰਚਾ ਸਾਂਝਾ ਪੰਜਾਬ ਮੋਰਚਾ ਤੇ ਸਾਂਝਾ ਪੰਜਾਬ ਹਾਂ ਨਾ ਕੋਈ ਗੱਲ ਨਹੀਂ, ਉਹ ਸੰਯੁਕਤ ਉਹਨਾਂ ਦਾ ਨਾਂ ਹੈ। ਇਸ ਕਰਕੇ ਜਿਹੜਾ ਸਾਂਝਾ ਮੋਰਚਾ ਹੈ ਨਾ ਸਾਡਾ, ਜਿਹੜਾ ਅਸੀਂ ਬਣਾਇਆ ਸਾਂਝੇ ਦਾ ਮਤਲਬ ਅਸੀਂ ਸਾਰੇ ਵਿੱਚ ਹੈ। ਇਹਦੇ ਵਿੱਚ ਮਜ਼ਦੂਰ ਹੈ, ਛੋਟਾ ਕਿਸਾਨ ਹੈ, ਛੋਟਾ ਦੁਕਾਨਦਾਰ ਹੈ, ਜਿਹੜੇ ਸ਼ਹੀਦ ਹੋਏ ਉਹ ਹੈ, ਜਿਹੜੇ ਬੰਦੇ ਉੱਥੇ ਬੈਠੇ ਰਹੇ ਸਾਲ ਦੇ ਉਹ ਬੰਦੇ ਹੈ, ਜਿਹੜੇ ਅਸਲ 'ਚ ਬੰਦਿਆਂ ਨੇ ਇਹ ਸਾਰਾ ਅੰਦੋਲਨ ਚਲਾਇਆ ਇਸ ਦੇ ਵਿੱਚ ਉਹ ਬੰਦੇ ਆ। ਉਹ ਬੰਦੇ ਨਹੀਂ ਹੈ ਜਿਹੜੇ 5 ਸਟਾਰ ਹੋਟਲਾਂ 'ਚ ਰੁਕੇ ਰਹੇ ਆ ਔਰ ਟੈਂਟ ਦੇ ਵਿੱਚ ਨਹੀਂ ਆਏ। ਸਾਡੇ ਕੋਲ ਉਹ ਲੋਕ ਹੈ ਜਿਹੜੇ ਟੈਂਟਾਂ 'ਚ ਸੁੱਤੇ ਆ ਸਰਦੀਆਂ ਦੇ ਵਿੱਚ, ਠੰਡ 'ਚ। 5 ਸਟਾਰ ਹੋਟਲਾਂ 'ਚ ਕੌਣ ਰੁਕਿਆ? ਰਾਜੇਵਾਲ ਸਾਹਿਬ 5 ਸਟਾਰ ਹੋਟਲ 'ਚ ਰੁਕਦੇ ਸੀ। ਕਿਹੜੇ ਹੋਟਲ 'ਚ? ਮੈਂ ਕੀ ਦੱਸ ਸਕਦਾ, ਤੁਹਾਨੂੰ ਸਾਰਾ ਪਤਾ ਹੈ। ਅਲੱਗ-ਅਲੱਗ ਬਦਲਦੇ ਰਹਿੰਦੇ ਹੋਟਲ, ਇੱਕ ਸਾਲ ਇੱਕ ਹੋਟਲ 'ਚ ਤਾਂ ਰਿਹਾ ਨਹੀਂ ਨਾ ਜਾ ਸਕਦਾ ਇਸ ਤਰ੍ਹਾਂ। ਅੱਛਾ, ਜੇ ਹੁਣ ਦੀ ਗੱਲ ਕੀਤੀ ਜਾਵੇ, ਹੁਣ ਕਿੰਨੇ ਕੈਂਡੀਡੇਟ ਤੁਸੀਂ ਚੋਣ ਮੈਦਾਨ 'ਚ ਉਤਾਰੇ ਨੇ ਤੇ ਕੀ ਤੁਹਾਡੀ ਰੂਪਰੇਖਾ ਰਹਿਣ ਵਾਲੀ ਹੈ? ਕੀ ਤੁਹਾਡੇ ਮੈਨੀਫੈਸਟੋ ਹੋਣਗੇ? ਪਹਿਲਾਂ ਤਾਂ ਇਹ ਦੱਸ ਦਿਓ। ਅਸੀਂ 42 ਅੱਜ ਲਿਸਟ ਜਾਰੀ ਕੀਤੀ 42 ਕੈਂਡੀਡੇਟਸ ਦੀ, ਤੇ ਸਾਡੇ ਕੋਲ ਜਿਹੜੇ ਅਸੀਂ ਕਈ ਦਿਨਾਂ ਤੋਂ ਲੱਗੇ ਸੀ ਡਿਸਾਈਡ ਕਰਨ ਵਾਸਤੇ। ਹੁਣ ਜਿੱਥੇ 4-4 5-5 ਬੰਦੇ ਸਾਡੇ ਇੱਕ ਥਾਂ ਤੇ ਆ ਉਹ ਡਿਸਾਈਡ ਕਰ ਰਹੇ ਆ। ਉਹ ਸ਼ਾਮ ਤੱਕ ਜਾਂ ਕੱਲ ਤੱਕ ਅਸੀਂ ਡਿਸਾਈਡ ਕਰਕੇ ਜਾਰੀ ਕਰ ਦਾਂਗੇ। ਕੁਲਦੀਪ ਸਿੰਘ ਜੀ, ਮੇਰਾ ਇੱਕ ਗੱਲ ਦਾ ਜਵਾਬ ਦਿਓ ਕਿ ਜਿਹੜੀ ਰਾਜਨੀਤੀ ਖਾਸ ਤੌਰ ਤੇ ਇਹ ਧਨਾੜ ਲੋਕਾਂ ਦੀ ਇੱਕ ਮੰਨੀ ਜਾਂਦੀ ਹੈ ਕਿ ਬਹੁਤ ਪੈਸਾ ਖਰਚ ਹੁੰਦਾ, ਮਸਲ ਪਾਵਰ ਯੂਜ਼ ਹੁੰਦਾ, ਹੋਰ ਜਿਸ ਤਰੀਕੇ ਦੇ ਨਾਲ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੁਸੀਂ ਦੱਸਿਆ ਕਿ ਮਜ਼ਦੂਰਾਂ ਨੂੰ, ਜਿਹੜੇ ਛੋਟੇ ਕਿਸਾਨ ਨੇ ਜਾਂ ਵੱਡੇ ਕਿਸਾਨ ਨੇ, ਉਹਨਾਂ ਨੂੰ ਆਪਣੇ ਨਾਲ ਲੈ ਕੇ ਤੁਰ ਰਹੇ ਹੋ। ਤੁਸੀਂ ਰਿਵਾਇਤੀ ਪਾਰਟੀਆਂ ਦਾ ਕਿਵੇਂ ਮੁਕਾਬਲਾ ਕਰੋਗੇ? ਜਿਸ ਤਰ੍ਹਾਂ ਤੁਸੀਂ ਬਾਹਰਲੇ ਦੇਸ਼ਾਂ 'ਚ ਦੇਖੋ, ਅਮਰੀਕਾ ਕੈਨੇਡਾ ਦੇ ਵਿੱਚ ਰੇਡੀਓ ਸਟੇਸ਼ਨ ਤੇ ਜਾਂ ਟੀਵੀ ਤੇ ਪ੍ਰਚਾਰ ਹੁੰਦਾ, ਉਹ ਕਿਸੇ ਦੇ ਘਰ ਵੋਟ ਲੈਣ ਨਹੀਂ ਜਾਂਦੇ। ਅਸੀਂ ਇਹੀ ਰੇਡੀਓ ਪ੍ਰਚਾਰ, ਦੂਜਾ ਅਸੀਂ ਘਰ ਵੀ ਜਾਂਦੇ ਆ, ਇਕੱਲੇ ਬੰਦੇ ਦੇ ਪਹਿਲਾਂ ਸਾਲਾਂ ਬੱਧੀ ਘਰ ਜਾ ਕੇ ਆਏ ਆ। ਉਹਨਾਂ ਨੂੰ ਆਪਣੀ ਜਿਹੜਾ ਸਾਡੇ ਨਿਯਮ ਹੈ, ਜੋ ਅਸੀਂ ਕਰਨਾ ਚਾਹੁੰਦੇ ਆ, ਉਹ ਅਸੀਂ ਸਾਰਾ ਦੱਸਿਆ ਹੈ ਪਹਿਲਾਂ, ਤੇ ਉਹਨਾਂ ਨੂੰ ਅਸੀਂ ਉਸੇ ਤਰ੍ਹਾਂ ਜਾਰੀ ਰੱਖਾਂਗੇ। ਅਸੀਂ ਉਹੀ ਸਿਸਟਮ ਲਿਆਉਣਾ ਚਾਹੁੰਦੇ ਆ ਕਿ ਲੋਕ ਪੈਸੇ ਦੇ ਮਗਰ, ਆਟਾ ਦਾਲ ਦੇ ਮਗਰ ਜਾਂ ਬਿਜਲੀ ਫ੍ਰੀ ਦੇ ਮਗਰ ਨਾ ਜਾਣ। ਉਹ ਸਰਕਾਰ ਤੋਂ ਪੜ੍ਹਾਈ ਦੀ ਮੰਗਣ ਵੀ ਸਾਡੇ ਬੱਚੇ ਨੂੰ ਪੜ੍ਹਾਈ ਫ੍ਰੀ ਹੋਵੇ, ਹੈਲਥ ਫ੍ਰੀ ਹੋਵੇ। ਅਸੀਂ ਇਹ ਸਿਸਟਮ ਬਣਾ ਕੇ ਦੇਵਾਂਗੇ। ਜਿਵੇਂ ਦੱਸਿਆ, ਬਿਜਲੀ ਦੀ ਜਿਹੜੀ ਹੈ ਪੈਦਾ ਆਪਣੇ ਮਹਿੰਗੀ ਆ ਔਰ ਬੜਾ ਗੜਬੜ ਹੋਈ ਵੀ ਹੈ। ਉਹ ਇਸੇ ਕਰਕੇ ਹੋਈ ਹੈ ਕਿ ਇੰਡੀਆ ਦੇ ਵਿੱਚ ਥਿਊਰੀਅਮ ਹੈ, ਉਹ ਦੁਨੀਆ ਦਾ ਸਭ ਤੋਂ ਵੱਡਾ ਭੰਡਾਰ ਹੈ। ਜੇ ਉਸ ਨੂੰ ਕੱਢ ਲਿਆ ਜਾਵੇ ਤਾਂ ਅਸੀਂ ਦੁਨੀਆ ਨੂੰ ਬਿਜਲੀ ਵੇਚ ਸਕਦੇ ਹਾਂ। ਇਹ 4.5 ਕਿਲੋ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕੱਢਿਆ ਗਿਆ ਸੀ, ਪਾਰਲੀਮੈਂਟ 'ਚ ਉਹਨਾਂ ਨੇ ਦੱਸਿਆ ਸੀ। ਪਤਾ ਨਹੀਂ ਕਿਹੜੇ ਪ੍ਰੈਸ਼ਰ ਥੱਲੇ, ਫਾਰਨ ਦਾ ਪ੍ਰੈਸ਼ਰ ਹੋਇਆ ਜਾਂ ਕੋਈ ਪੈਸੇ ਟਕੇ ਦਾ ਪ੍ਰੈਸ਼ਰ ਹੋਇਆ, ਕੀ ਪ੍ਰੈਸ਼ਰ ਆ, ਉਹ 4.5 ਕਿਲੋ ਅਮਰੀਕਾ ਨੂੰ ਭੇਜ ਦਿੱਤਾ। ਨੈਟ ਤੇ ਪੜੋ, ਅੱਜ ਉਹ ਕਹਿੰਦੇ ਜੀ ਇੰਡੀਆ ਕੋਲ ਉਹ ਰਿਐਕਟਰ ਨਹੀਂ ਹੈ ਉਹਨੂੰ ਸੰਭਾਲਣ ਦਾ, ਤੇ 4.5 ਕਿਲੋ ਕੱਢ ਕੇ ਮਿਲਿਆ ਤੇ ਕਿਸ ਤਰ੍ਹਾਂ ਰੱਖ ਲਿਆ ਉਹ। ਕੁਲਦੀਪ ਸਿੰਘ ਜੀ, ਮੈਂ ਰਾਜੇਵਾਲ ਤੇ ਆਉਣਾ, ਕਿਉਂਕਿ ਰਾਜੇਵਾਲ ਦਾ ਜਿਹੜਾ ਇੱਕ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਚਿਹਰਾ ਜਿਹੜਾ ਬਣਿਆ ਹੋਇਆ, ਕਿਸਾਨ ਲੀਡਰ ਦਾ ਬਣਿਆ ਹੋਇਆ, ਤੇ ਕਾਫੀ ਸੰਘਰਸ਼ ਵੀ ਉਹਨਾਂ ਵੱਲੋਂ ਕੀਤਾ ਗਿਆ। ਇੰਟੈਲੈਕਚੁਅਲ ਜਿਹੜੇ ਆ ਉਹ ਮੰਨੇ ਜਾਂਦੇ ਨੇ ਕਿਸਾਨੀ ਦੇ ਵਿੱਚ ਖਾਸ ਤੌਰ ਤੇ। ਤੁਸੀਂ ਉਹਨਾਂ ਦੇ ਨਾਲ ਕਾਫੀ ਕਰੀਬੀ ਰਹੇ ਹੋ, ਬੈਠਕਾਂ ਹੋਈਆਂ ਤੁਹਾਡੀਆਂ, ਕਿਸ ਤਰੀਕੇ ਦੇ ਨਾਲ ਗੱਲਬਾਤ ਹੁੰਦੀ ਹੈ ਹੁਣ? ਕਿਉਂਕਿ ਫਾਈਨਲੀ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਪਏ ਹੋ, ਤੇ ਤਾਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਆ ਵੀ ਕਿਸ ਤਰੀਕੇ ਦੇ ਨਾਲ ਗੱਲਬਾਤ ਹੁੰਦੀ ਹੈ। ਟਿਕਟਾਂ ਨੂੰ ਲੈ ਕੇ ਹੋਣ, ਰਾਜਨੀਤੀ ਦੇ ਵਿੱਚ ਆਉਣ ਦੀਆਂ ਗੱਲਾਂ ਹੋਣ, ਕਿਉਂਕਿ ਇਸ ਤੋਂ ਪਹਿਲਾਂ ਤਾਂ ਕੋਈ ਪਲਾਨ ਨਹੀਂ ਸੀ ਵੀ ਕਿਸਾਨਾਂ ਵੱਲੋਂ ਆਪਣੀ ਇੱਕ ਪਾਰਟੀ ਬਣਾ ਲਈ ਜਾਏਗੀ। ਉਹ ਕਿਵੇਂ ਗੱਲਬਾਤਾਂ ਹੁੰਦੀਆਂ ਸੀ ਸਾਰੀਆਂ? ਦੇਖੋ, ਆਮੋ ਸਾਹਮਣੇ ਸਾਡੀ ਬਹੁਤ ਮੀਟਿੰਗਾਂ ਹੋਈਆਂ। ਉਸ ਤੋਂ ਇਲਾਵਾ ਜਿਹੜੀ ਸਿਲੈਕਸ਼ਨ ਦੀ ਕਮੇਟੀ ਆ ਉਹਨਾਂ ਨਾਲ ਮੀਟਿੰਗਾਂ ਹੋਈਆਂ। ਰਾਜੇਵਾਲ ਸਾਹਿਬ ਨਾਲ ਅਸੀਂ ਮਿਲਦੇ ਰਹੇ ਹਾਂ। ਕੱਲ੍ਹ ਤੱਕ ਉਹਨਾਂ ਦੇ ਟੈਲੀਫੋਨ ਸਾਨੂੰ ਆਉਂਦੇ ਰਹੇ ਆ ਵੀ ਤੁਸੀਂ ਦੱਸੋ ਕੀ ਕਰਨਾ, ਤੁਹਾਨੂੰ ਕੱਲਿਆਂ ਨੂੰ ਟਿਕਟ ਦਿੰਦੇ ਆ, ਤੁਹਾਨੂੰ ਫਲਾਣੇ ਨੂੰ ਟਿਕਟ ਦਿੰਦੇ ਆ। ਉਹ ਇੱਕਾ ਦੁੱਕਾ ਨੂੰ ਕਰਦੇ। ਸਾਡੇ ਕੋਲ 10 ਪਾਰਟੀਆਂ ਸੀ, ਇੱਕਾ ਦੁੱਕਾ ਟਿਕਟਾਂ ਨੂੰ ਕਿਵੇਂ ਸਾਰ ਸਕਦੇ ਆ? ਇਸ ਕਰਕੇ ਉਹਨਾਂ ਦਾ ਜਿਹੜਾ ਨੀਅਤ ਹੈ, ਉਹ ਨੀਅਤ 'ਚ ਬਹੁਤ ਫਰਕ ਹੈ।
ਕਿ ਉਹ ਗਰੀਬ ਆਦਮੀ ਮਜ਼ਦੂਰ ਦੀ ਗੱਲ ਸੁਣ ਕੇ ਰਾਜੀ ਨਹੀਂ, ਕਿਸਾਨ ਦੀ ਗੱਲ ਸੁਣ ਕੇ ਰਾਜੀ ਨਹੀਂ। ਸਿਰਫ ਉਹੀ ਰਜਵਾੜੇ ਰਿਸ਼ਤੇਦਾਰ ਪਾਰਟੀਆਂ ਜੋ ਕੱਢੇ ਵੱਡੇ ਲੋਕ ਜਿਹੜੇ 4 ਪੈਸੇ ਵਾਲੇ ਬੰਦੇ ਆ ਉਹਨਾਂ ਨੂੰ ਉਹ ਟਿਕਟਾਂ ਦੇ ਰਹੇ। ਇਹ ਤੁਹਾਡਾ ਕਹਿਣ ਦਾ ਮਤਲਬ ਹੈ ਸਿਰਫ ਇੱਕ ਬਿਆਨਬਾਜ਼ੀ ਹੈ ਜਿਹੜੀ ਮੀਡੀਆ ਦੇ ਵਿੱਚ ਆਉਣ ਦੇ ਲਈ ਦਿੱਤੀ ਜਾਂਦੀ ਹੈ, ਗਰਾਊਂਡ ਰਿਐਲਿਟੀ ਕੁਝ ਹੋਰ ਆ। ਬਿਲਕੁਲ ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ ਹੈ। ਗਰਾਊਂਡ ਰਿਐਲਿਟੀ ਹੋਰ ਹੈ। ਬਹੁਤ ਵੱਡਾ ਭੇਦਭਾਵ ਹੁੰਦਾ। ਮੈਂ ਪਹਿਲਾਂ ਦੱਸ ਚੁੱਕਿਆ, ਉਹਨੇ ਕਿਹਾ ਮੈਂ ਜੱਟ ਹਾਂ ਔਰ ਮੇਰੇ ਬੜਾ ਵੱਡਾ ਮੈਂ ਅੱਖੜ ਜੱਟ ਹਾਂ, ਜੇ ਮੈਂ ਸੀਐਮ ਬਣ ਗਿਆ ਤਾਂ ਮੈਂ ਆਹ ਕਰ ਦੂੰਗਾ ਉਹ ਕਰ ਦੂੰਗਾ, ਪਤਾ ਨਹੀਂ ਸਰਕਾਰ ਮੇਰੀ ਚੱਲਦੀ ਹੈ ਕਿ ਨਹੀਂ। ਮਤਲਬ ਜਾਤ ਪਾਤ ਦਾ ਬੜਾ ਵੱਡਾ ਕਮਾਂਡ ਹੈ ਰਾਜੇਵਾਲ ਸਾਹਿਬ 'ਚ। ਹੁਣ ਫਾਈਨਲੀ ਇਹਦੀ ਕੀ ਗਾਰੰਟੀ ਹੈਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਸੇ ਜਿਹੜੀ ਰਿਵਾਇਤੀ ਪਾਰਟੀ ਹੈ ਉਹਦੀ ਸਪੋਰਟ ਕਰੋਗੇ ਜਾਂ ਨਹੀਂ ਕਰੋਗੇ, ਜਾਂ ਉਹਦੇ ਵਿੱਚ ਮਰਜ ਹੋਵੋਗੇ? ਅਗਲੇ ਕਿਸੇ ਤੁਹਾਡੀ ਰਣਨੀਤੀ ਹੈਗੀ ਹੈ? ਅਸੀਂ ਕਿਸੇ ਵੀ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ। ਪਰਸਨਲੀ ਸਾਡੇ 10 ਪਾਰਟੀਆਂ ਹੈਗੀਆਂ, ਸਾਡੀ ਨੈਸ਼ਨਲ ਲੈਵਲ ਦੀ ਪਾਰਟੀ ਹੈ। ਅਸੀਂ 12 ਸਾਲ ਤੋਂ ਪਾਰਟੀ ਚਲਾ ਰਹੇ ਹਾਂ ਤੇ ਅਸੀਂ ਹੋਰ ਕਿਸੇ ਪਾਰਟੀ 'ਚ ਸ਼ਾਮਲ ਹੁੰਦੇ ਹੀ ਨਹੀਂ। ਜੇ ਹੋਣਾ ਹੁੰਦਾ ਹੁਣ ਨੂੰ ਕਦੇ ਐਮਐਲਏ ਕਈ ਬਣ ਜਾਣੇ ਸੀ ਸਾਡੇ। ਵਾਹ, ਇਹ ਵੀ ਬਣਾਉਂਦੇ ਸੀ, 5-7 ਤਾਂ ਬਣਾਉਂਦੇ ਹੀ ਸੀ, ਪਰ ਅਸੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ। ਅਸੀਂ ਲੋਕਾਂ ਨੂੰ ਬਣਾਉਣਾ ਚਾਹੁੰਦੇ ਆ, ਰਕਸ਼ੇ ਵਾਲਿਆਂ ਨੂੰ, ਜਿਹੜੇ ਕਿਸਾਨ ਹੈ, ਮਿਹਨਤ ਕਰਦੇ ਆ, ਬਿਲਕੁਲ ਛੋਟੀ ਜ਼ਮੀਨ ਵਾਲੇ ਆ, ਅਸੀਂ ਉਹਨਾਂ ਨੂੰ ਐਮਐਲਏ ਬਣਾਉਣਾ ਚਾਹੁੰਦੇ ਹਾਂ। ਕੁਲਦੀਪ ਸਿੰਘ, ਤੁਹਾਨੂੰ ਨਹੀਂ ਲੱਗਦਾ ਕਿ ਇੱਕ ਮੈਸੇਜ ਜਿਹੜਾ ਲੋਕਾਂ ਦੇ ਵਿੱਚ ਉਹ ਗਲਤ ਇਸ ਲਈ ਜਾਂਦਾ ਪਿਆ ਕਿਉਂਕਿ ਕਿਸਾਨ ਇੱਕ ਬੈਨਰ ਥੱਲੇ ਜਾਂ ਇੱਕ ਛੱਤ ਥੱਲੇ ਇਕੱਠੇ ਹੋ ਕੇ ਜਦੋਂ ਅੰਦੋਲਨ ਕਰਦੇ ਨੇ, ਜਿੱਤ ਕੇ ਆਉਂਦੇ ਨੇ, ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਭਾਵੇਂ ਪੈਰ ਰੱਖਦੇ ਆ, ਫਿਰ ਉਹ ਵੰਡ ਜਾਂਦੇ ਨੇ। ਰਾਜਨੀਤੀ ਪਹਿਲਾਂ ਹੀ ਜਿਹੜੇ ਲੀਡਰ ਸੀ ਇਹ ਆਵਾਜ਼ ਚੱਕਦੇ ਰਹੇ ਨੇ ਕਿ ਕੋਈ ਨਾ ਕੋਈ ਲੀਡਰ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਤਾਲੁਕ ਰੱਖਦੇ ਨੇ, ਤੇ ਉਹੀ ਹੁਣ ਦੇਖਣ ਨੂੰ ਮਿਲਦਾ ਪਿਆ। ਧੜੇ ਬਣਦੇ ਹੋਏ, ਧੜੇ ਹੀ ਕਹਿ ਸਕਦੇ ਇਹਨਾਂ ਨੂੰ ਕਿ ਧੜੇ ਬਣਦੇ ਕਿਸਾਨਾਂ ਦੇ ਵਿੱਚ ਨਜ਼ਰ ਆ ਰਹੇ ਨੇ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਅਸੀਂ ਤਾਂ ਉਦੋਂ ਵੀ ਇਹ ਗੱਲ ਕਰ ਰਹੇ ਸੀ ਵੀ ਪਾਰਟੀਆਂ ਜ਼ਰੂਰ ਕਲੀਅਰ ਹੋਣੀਆਂ ਚਾਹੀਦੀਆਂ। ਉਹ ਪਾਰਟੀਆਂ ਹੀ ਹਿੱਸਾ ਲੈਣ ਜਿਹੜੀਆਂ ਪਾਰਟੀਆਂ ਨੇ ਕਿਸਾਨੀ ਜਿਹੜੇ ਕਾਨੂੰਨ ਬਣੇ ਆ ਉਹਨਾਂ ਦੀ ਹਮਾਇਤ ਨਾ ਕੀਤੀ ਹੋਵੇ। ਉੱਥੇ ਤਾਂ ਉਹ ਪਾਰਟੀਆਂ ਦੇ ਲੀਡਰ ਬੈਠੇ ਸੀ ਜਿਨ੍ਹਾਂ ਨੇ ਕਿਸਾਨੀ ਬਿੱਲ ਪਾਸ ਕਾਲੇ ਕਾਨੂੰਨ ਪਾਸ ਕਰਵਾਏ ਆ, ਉਹ ਬੰਦੇ ਸਪੋਰਟ ਕਰੀ ਜਾ ਰਹੇ ਸੀ। ਤੇ ਉੱਥੇ ਕਲੀਅਰ ਹੋਣਾ ਚਾਹੀਦਾ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਜਦੋਂ ਤੱਕ ਰਾਜਨੀਤੀ ਦੀ ਪਾਵਰ ਹੱਥ 'ਚ ਨਹੀਂ ਆਉਂਦੀ ਕਿਸਾਨਾਂ ਦਾ ਕੁਝ ਬਣਨ ਵਾਲਾ ਨਹੀਂ। ਹੁਣ ਵੀ ਕੁਝ ਨਹੀਂ ਬਣਿਆ। ਜਿੱਤ ਕਾਹਦੀ ਹੋਈ ਹੈ? ਜੋ ਸਾਲ ਪਹਿਲਾਂ ਪੋਜੀਸ਼ਨ 'ਚ ਉਹ ਅੱਜ ਉਹੀ ਹੈ। ਸਾਡੀ ਕੋਈ ਜਿੱਤ ਨਹੀਂ ਹੋਈ ਹੈ। ਅਸੀਂ ਉਹੀ ਤਮਾਸ਼ਾ ਬਣਾਇਆ ਕਿ ਅਸੀਂ ਜਿੱਤ ਕਿਤੋਂ ਹੋ ਗਈ। ਕਾਲੇ ਕਾਨੂੰਨ ਬਣੇ, ਵਾਪਸ ਹੋ ਗਏ। ਪੋਜੀਸ਼ਨ 1 ਸਾਲ ਪਹਿਲਾਂ ਵਾਲੀ ਆ ਗਈ। ਦੱਸੋ ਹੁਣ ਕੋਈ ਮਰਨ ਤੋਂ ਬਚ ਕੇ ਸੁਸਾਈਡ ਹਟ ਗਏ? ਜਾਂ ਮਤਲਬ ਕਿ ਕਿਸਾਨਾਂ ਦੇ ਲੋਨ ਮਾਫ ਹੋ ਗਏ, ਜਾਂ ਕਿਸਾਨਾਂ ਨੂੰ ਕੁਝ ਮਿਲ ਗਿਆ? ਅੱਧੇ ਦਾ ਟਰੈਕਟਰ ਉੱਥੇ ਜ਼ਬਤ ਹੋਏ ਵੇ, ਪਰਚੇ ਦਰਜ ਹੋਏ ਵੇ, ਘਰੋਂ ਦੌੜੇ ਹੋਏ ਮੁੰਡੇ, ਗੋਲੀਆਂ ਮਾਰ ਕੇ ਉਹ ਮਾਰਤੇ ਟਰੈਕਟਰਾਂ ਤੇ। ਬਹੁਤ ਬੁਰਾ ਹਾਲ ਹੋਇਆ। ਜਦ ਤੱਕ ਰਾਜਨੀਤਿਕ ਪਾਵਰ ਨਹੀਂ ਆਉਂਦੀ ਉਦੋਂ ਤੱਕ ਕੁਝ ਨਹੀਂ ਬਣਨਾ ਹੈਗਾ। ਫਾਈਨਲੀ ਤੁਸੀਂ ਕਿੰਨੇ ਪੂਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਉਤਾਰੋਗੇ ਤੇ ਕਿਸ ਤਰ੍ਹਾਂ ਨਾਲ ਚੋਣ ਪ੍ਰਚਾਰ ਹੋਊਗਾ? ਅਸੀਂ 117 ਸੀਟਾਂ ਤੇ ਹੀ ਆਪਣੇ ਜਿਹੜੇ ਕੈਂਡੀਡੇਟ ਹੈ ਉਹ ਉਤਾਰਾਂਗੇ, ਪੱਕਾ ਉਤਾਰਾਂਗੇ। ਔਰ ਇਹ ਵੀ ਨਾਲ ਹੈ, ਜਿਹੜੇ ਤੁਸੀਂ ਪ੍ਰਚਾਰ ਦੀ ਗੱਲ ਕਰਦੇ ਹੋ, ਅਸੀਂ ਸੋਸ਼ਲ ਮੀਡੀਆ ਤੇ ਪ੍ਰਚਾਰ ਹੈ, ਤੁਹਾਡੇ ਰਾਹੀਂ ਪ੍ਰਚਾਰ ਹੈ। ਅਸੀਂ ਆਪ ਵੀ ਮਤਲਬ 12-12 14-14 ਘੰਟੇ ਸਫ਼ਰ ਕਰਦੇ ਹਾਂ ਤੇ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਸਾਰਾ ਕੁਝ ਦਿਖਾਉਂਦੇ ਹਾਂ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਤੁਹਾਡੇ ਕੈਂਡੀਡੇਟ ਨੂੰ ਅੱਗੇ ਲੈ ਕੇ ਆਉਣ, ਵੱਧ ਤੋਂ ਵੱਧ ਵੋਟਾਂ ਪਾਉਣ? ਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਜੋ ਅਸੀਂ ਇਹ ਸਾਂਝਾ ਪੰਜਾਬ ਮੋਰਚਾ ਬਣਾਇਆ, ਇਹ 10 ਪਾਰਟੀਆਂ ਉਹ ਪਾਰਟੀਆਂ ਹੈ ਜਿਹੜੀਆਂ ਕਿ ਬਰਾਬਰਤਾ ਦੀ ਗੱਲ ਕਰਦੀਆਂ, ਸੰਵਿਧਾਨ ਦੀ ਗੱਲ ਕਰਦੀਆਂ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ। ਅਸੀਂ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਪਹਿਲੀਆਂ ਕਨਵੈਨਸ਼ਨਲ ਪਾਰਟੀਆਂ ਜਿਨ੍ਹਾਂ ਨੇ ਦਰਬਾਰ ਸਾਹਿਬ ਢਾਇਆ, ਜਿਨ੍ਹਾਂ ਨੇ ਇਨਵਾਈਟ ਕੀਤਾ ਅਕਾਲੀ ਦਲ ਨੇ ਬਲੂ ਸਟਾਰ ਆਪਰੇਸ਼ਨ ਵਾਸਤੇ, ਆਮ ਆਦਮੀ ਪਾਰਟੀ ਨੇ ਸਭ ਤੋਂ ਉਹ ਪਾਰਟੀ ਹੈ ਜਿਹਨੇ ਕਿਸਾਨਾਂ ਦੇ ਵਿਰੁੱਧ ਦਿੱਲੀ 'ਚ ਕਾਨੂੰਨ ਪਾਸ ਕੀਤਾ ਹੈ। ਇਹਨਾਂ ਪਾਰਟੀਆਂ ਦਾ ਸਾਥ ਛੱਡ ਕੇ ਸਾਡਾ ਸਾਥ ਦਿਓ, ਅਸੀਂ ਤੁਹਾਡੇ ਨਾਲ ਖੜਾਂਗੇ। ਬਹੁਤ ਧੰਨਵਾਦ ਜੀ। ਸੋ ਕੁਲਦੀਪ ਸਿੰਘ ਈਸਾਪੁਰੀ ਜਿਨ੍ਹਾਂ ਵੱਲੋਂ ਇੱਕ ਜਿਹੜਾ ਹੈ ਕਿਸਾਨੀ ਅੰਦੋਲਨ ਦੇ ਦੌਰਾਨ ਕਾਫੀ ਸੰਘਰਸ਼ ਕੀਤਾ ਗਿਆ, ਉਸ ਤੋਂ ਬਾਅਦ तमाम ਗੱਲਾਂ ਚੱਲੀਆਂ ਕਿ ਰਾਜਨੀਤੀ ਦੇ ਵਿੱਚ ਪੈਰ ਰੱਖਿਆ ਜਾਵੇ, ਤੇ ਉਸ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਹੁਣਾਂ ਦੇ ਵਿੱਚ ਅਤੇ ਬਲਬੀਰ ਸਿੰਘ ਰਾਜੇਵਾਲ ਦੇ ਵਿੱਚ ਸਮਝੌਤਾ ਕਰਾਉਂਦੇ ਨੇ। ਚਾਹੇ ਟਿਕਟਾਂ ਨੂੰ ਲੈ ਕੇ ਮਤਭੇਦ ਜ਼ਰੂਰ ਨਜ਼ਰ ਆਉਂਦੇ ਨੇ। ਉਸ ਤੋਂ ਬਾਅਦ ਕੁਲਦੀਪ ਸਿੰਘ ਈਸਾਪੁਰੀ ਹੁਣਾਂ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ, ਜਿਸ ਦਾ ਵਿਰੋਧ ਉਹਨਾਂ ਵੱਲੋਂ ਕੀਤਾ ਜਾਂਦਾ, ਤੇ ਉਸ ਤੋਂ ਬਾਅਦ ਸਾਂਝਾ ਪੰਜਾਬ ਮੋਰਚਾ ਉਹਨਾਂ ਵੱਲੋਂ ਪਾਰਟੀ ਜਿਹੜੀ ਆ 10 ਪਾਰਟੀਆਂ ਮਿਲ ਕੇ ਇੱਕ ਪਾਰਟੀ ਬਣਾਈ ਗਈ ਹੈ ਜੋ ਕਿ ਇਸ ਚੋਣ ਮੈਦਾਨ ਦੇ ਵਿੱਚ ਉਤਰਨਗੇ। ਤੇ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ, ਖਾਸ ਤੌਰ ਤੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਜਿਹੜੇ ਕੈਂਡੀਡੇਟਸ ਨੇ ਉਹ 117 ਵਿਧਾਨ ਸਭਾ ਚੋਣਾਂ ਦੇ ਉੱਤੇ ਖੜੇ ਹੋਣਗੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ। ਕੈਮਰਾਮੈਨ ਰਮੇਸ਼ ਦੇ ਨਾਲ ਪ੍ਰਲਾਦ ਸੰਗੇਲੀਆ, ਦਾ ਸਟੋਰੀ ਟੀਵੀ, ਚੰਡੀਗੜ੍ਹ।